Now let's start with the voice of tenses. So all of you know that for past tenses ਦੇ ਵਿੱਚ ਸਭ ਤੋਂ ਪਹਿਲਾ tense ਆਉਂਦਾ ਹੈ ਆਪਣਾ simple past tense or you can call it past indefinite tense also. ਤਾਂ ਮੈਂ ਤੁਹਾਨੂੰ ਪਹਿਲਾਂ ਵੀ ਪ੍ਰੈਜ਼ੈਂਟ ਦੇ ਜਦੋਂ ਕਰਵਾਏ ਸੀਗੇ ਆਈ ਹੈਵ ਟੋਲਡ ਯੂ ਕਿ ਸਾਨੂੰ ਜਿਹੜੇ ਹੈ ਜਦੋਂ ਵੀ ਆਪਾਂ ਵੌਇਸ ਕਰਨੀ ਹੈ ਬੱਚੇ ਆਪਾਂ ਨੂੰ ਉਸ ਪਾਰਟਿਕੂਲਰ ਟੈਂਸ ਦੇ ਰੂਲਸ ਪਤਾ ਹੋਣੇ ਚਾਹੀਦੇ ਆ। ਅਗਰ ਰੂਲਸ ਦੇ ਹਿਸਾਬ ਨਾਲ ਸਾਨੂੰ ਪਤਾ ਲੱਗ ਜਾਏਗਾ ਕਿ ਹਾਂ ਇਹ ਇਸ ਟੈਂਸ ਦਾ ਸੈਂਟੈਂਸ ਹੈ ਤਾਂ ਆਪਾਂ ਉਸ ਟੈਂਸ ਦੇ ਹਿਸਾਬ ਨਾਲ ਰੂਲਸ ਲਗਾਵਾਂਗੇ ਵੌਇਸ ਦੇ। ਜਿਵੇਂ ਆਪਾਂ ਇਸ ਲਈ ਆਈ ਹੈਵ ਗਿਵਨ ਯੂ ਦਾ ਰੂਲਸ ਹੇਅਰ, ਜਿਵੇਂ ਉੱਪਰ ਵੀ ਦਿੱਤੇ ਸੀਗੇ। ਤਾਂ ਐਕਟਿਵ ਵੌਇਸ ਦੀ ਗੱਲ ਹੋ ਰਹੀ ਹੈ, ਯਾਨੀ ਆਪਾਂ ਇਹਦੇ ਰੂਲਸ ਦੀ ਗੱਲ ਕਰਨੀ ਹੈ ਸਿੰਪਲ ਪਾਸਟ ਟੈਂਸ ਤੇ। ਤੁਹਾਨੂੰ ਪਤਾ ਹੈ ਸਭ ਤੋਂ ਪਹਿਲਾਂ ਸਬਜੈਕਟ ਆਉਂਦਾ ਹੈ, ਉਹ ਤੋਂ ਬਾਅਦ ਸੈਕਿੰਡ ਫਾਰਮ ਆਉਂਦੀ ਹੈ ਵਰਬ ਦੀ, ਐਂਡ ਦੈਨ ਆਬਜੈਕਟ ਆਉਂਦਾ ਹੈ। ਮੈਂ ਤੁਹਾਨੂੰ ਟੈਂਸਿਸ ਦੀ ਆਪਣੀ ਜਿਹੜੇ ਵੀਡੀਓਜ਼ ਆ ਉਹਦੇ 'ਚ ਪਾ ਚੁੱਕੀ ਹਾਂ। ਤਾਂ ਅਗਰ ਆਪਾਂ ਇਹਦੇ ਵਿੱਚ ਵੀ ਜਸਟ ਲਾਈਕ ਸਿੰਪਲ ਪ੍ਰੈਜ਼ੈਂਟ ਟੈਂਸ ਕੋਈ ਵੀ ਹੈਲਪਿੰਗ ਵਰਬ ਯੂਜ਼ ਨਹੀਂ ਹੁੰਦਾ, ਠੀਕ ਹੈ ਜੀ। ਤਾਂ ਇਸੀ ਲਈ ਆਪਾਂ ਨੂੰ ਅਲੱਗ ਤੋਂ ਲਗਾਉਣੇ ਪੈਣੇ। ਜਦੋਂ ਵੀ ਕਿਸੇ ਸੈਂਟੈਂਸ ਨੂੰ ਨੈਗੇਟਿਵ ਇੰਟੈਰੋਗੇਟਿਵ ਬਣਾਉਣਾ ਹੁੰਦਾ ਹੈ ਤਾਂ ਆਪਾਂ ਨੂੰ ਅਲੱਗ ਤੋਂ ਹੈਲਪਿੰਗ ਵਰਬ ਦੀ ਵਰਤੋਂ ਕਰਨੀ ਪੈਂਦੀ ਹੈ। ਤਾਂ ਇਹਦੇ 'ਚ ਪਹਿਲਾਂ ਸਬਜੈਕਟ ਆ ਗਿਆ, ਨੋ ਹੈਲਪਿੰਗ ਵਰਬ, ਦੈਨ ਸੈਕਿੰਡ ਫਾਰਮ ਆਫ ਵਰਬ, ਦੈਨ ਆਬਜੈਕਟ। ਜਦੋਂ ਇਹਨੂੰ ਨੈਗੇਟਿਵ ਬਣਾਵਾਂਗੇ, ਮੈਂ ਆਈ ਹੈਵ ਆਲਰੇਡੀ ਟੋਲਡ ਯੂ ਇਨ ਮਾਈ ਟੈਂਸਿਸ ਵੀਡੀਓਜ਼ ਦੈਟ ਡਿਡ ਲਗਾਵਾਂਗੇ ਆਪਾਂ, ਠੀਕ ਹੈ ਜੀ। ਸਿੰਪਲ ਪਾਸਟ ਟੈਂਸ ਵਿੱਚ ਇੱਕੋ ਹੈਲਪਿੰਗ ਵਰਬ ਆਉਂਦਾ ਹੈ, ਚਾਹੇ ਉਹ ਨੈਗੇਟਿਵ ਹੋਵੇ, ਚਾਹੇ ਇੰਟੈਰੋਗੇਟਿਵ ਬਣਾਉਣਾ ਹੋਵੇ, ਚਾਹੇ ਕੋਈ ਇੱਕ ਵਚਨ, ਕੋਈ ਬਹੁਵਚਨ, ਚਾਹੇ ਆਈ ਹੈ ਚਾਹੇ ਯੂ ਹੈ, ਆਪਾਂ ਸਿਰਫ ਔਰ ਸਿਰਫ ਡਿਡ ਦੀ ਵਰਤੋਂ ਕਰਨੀ ਹੈ। ਯਾਨੀ ਸਬਜੈਕਟ ਤੋਂ ਬਾਅਦ ਡਿਡ ਲਗਾਵਾਂਗੇ, ਉਸ ਤੋਂ ਬਾਅਦ ਨੋਟ ਲਗਾਵਾਂਗੇ ਕਿ ਆਪਾਂ ਨੈਗੇਟਿਵ ਬਣਾਉਣਾ ਹੈ। ਔਰ ਜਦੋਂ ਡਿਡ ਆ ਜਾਏਗਾ ਤਾਂ ਬੱਚੇ ਸੈਕਿੰਡ ਫਾਰਮ ਦੀ ਜਗ੍ਹਾ ਆਪਾਂ ਫਸਟ ਫਾਰਮ ਦੀ ਵਰਤੋਂ ਕਰਨੀ ਹੈ। ਡਿਡ ਦੇ ਨਾਲ ਕਦੇ ਵੀ ਸੈਕਿੰਡ ਫਾਰਮ ਯੂਜ਼ ਨਹੀਂ ਹੁੰਦੀ। ਉਸ ਤੋਂ ਬਾਅਦ ਕਿਆ ਆਏਗਾ? ਆਬਜੈਕਟ। ਹੁਣ ਜਦੋਂ ਇੰਟੈਰੋਗੇਟਿਵ ਬਣਾਉਣਾ ਤਾਂ ਕੀ ਕਰਨਾ? ਡਿਡ ਨੂੰ ਮੂਹਰੇ ਲਗਾ ਦੇਣਾ, ਡਿਡ ਪਲਸ ਸਬਜੈਕਟ ਪਲਸ ਫਸਟ ਫਾਰਮ ਆਫ ਵਰਬ ਐਂਡ ਦੈਨ ਆਬਜੈਕਟ, ਫਿਰ ਕੁਐਸਚਨ ਮਾਰਕ ਆ ਗਿਆ ਪਿੱਛੇ। ਹੁਣ ਜਦੋਂ ਆਪਾਂ ਇਹਦੀ ਵੌਇਸ ਕਰਨੀ ਹੈ, ਯਾਨੀ ਪੈਸਿਵ ਵੌਇਸ ਬਣਾਉਣਾ ਹੈ ਸੈਂਟੈਂਸ ਨੂੰ, ਤਾਂ ਕਿੱਦਾਂ ਕਰਨਾ ਹੈ ਤੁਹਾਨੂੰ ਪਤਾ ਹੈ। ਆਪਾਂ ਸਬਜੈਕਟ ਨੂੰ ਆਬਜੈਕਟ ਬਣਾਉਂਦੇ ਹਾਂ, ਆਬਜੈਕਟ ਨੂੰ ਸਬਜੈਕਟ ਬਣਾਉਂਦੇ ਹਾਂ ਰਿਵਰਸ, ਤਾਂ ਆਬਜੈਕਟ ਇੱਧਰ ਆ ਜਾਏਗਾ, ਠੀਕ ਹੈ ਜੀ। ਔਰ ਉਸ ਤੋਂ ਬਾਅਦ ਵॉज ਔਰ ਵਰ ਯੂਜ਼ ਹੋਣਾ ਬੱਚਿਆਂ ਦੇ ਵਿੱਚ। ਔਰ ਤੁਹਾਨੂੰ ਪਤਾ ਹੀ ਹੈ ਜਿਹੜੀ ਵੀ ਵੌਇਸ ਆਪਾਂ ਕਰਨੀ ਹੈ, ਚਾਹੇ ਉਹ ਕਿਸੇ ਵੀ ਟੈਂਸ ਦੀ ਵੌਇਸ ਹੋਵੇ, ਕਿਸੇ ਵੀ ਟਾਈਪ ਦੀ ਵੌਇਸ ਅੱਗੇ ਜਿਹੜੀ ਆਏਗੀ ਹਮੇਸ਼ਾ ਥਰਡ ਫਾਰਮ ਯੂਜ਼ ਹੁੰਦੀ ਹੈ। ਉਸ ਤੋਂ ਬਾਅਦ ਬਾਏ ਆਉਂਦਾ ਹੈ ਔਰ ਫਿਰ ਜਿਹੜਾ ਆਬਜੈਕਟ ਹੈ ਇੱਧਰ ਆ ਕੇ ਸਬਜੈਕਟ ਬਣ ਜਾਂਦਾ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਇਹਦਾ ਨੈਗੇਟਿਵ ਬਣਾਉਣਾ ਹੈ, ਆਬਜੈਕਟ ਵॉज ਔਰ ਵਰ ਲੱਗ ਗਿਆ, ਉਹਦੇ ਨਾਲ ਕਿਆ ਲੱਗ ਜਾਣਾ ਹੈ? ਨੋਟ। ਫਿਰ ਉਹੀ ਥਰਡ ਫਾਰਮ ਆਫ ਵਰਬ, ਬਾਏ, ਫਿਰ ਸਬਜੈਕਟ। ਜਦੋਂ ਇੰਟੈਰੋਗੇਟਿਵ ਬਣਾਉਣਾ ਹੈ ਬੱਚੇ ਤਾਂ ਆਪਾਂ ਕਿਆ ਕਰਦੇ ਹਾਂ? ਹਮੇਸ਼ਾ ਹੈਲਪਿੰਗ ਵਰਬ ਨੂੰ ਮੂਹਰੇ ਲਗਾ ਦਿੰਦੇ हैं। और ਜਦੋਂ ਪੈਸਿਵ ਵੌਇਸ ਬਣਾ ਰਹੇ हैं ਸਿੰਪਲ ਪਾਸਟ ਟੈਂਸ ਵਿੱਚ ਤਾਂ ਵॉज ਔਰ ਵਰ ਯੂਜ਼ ਹੋ ਰਿਹਾ। ਵॉज ਔਰ ਵਰ ਕਿੱਥੇ ਆ ਜਾਏਗਾ? ਇਨ ਦ ਬਿਗਨਿੰਗ ਆਫ ਦ ਸੈਂਟੈਂਸ। ਫਿਰ ਆਬਜੈਕਟ ਆ ਗਿਆ, ਫਿਰ ਵਰਬ ਦੀ ਥਰਡ ਫਾਰਮ ਆ ਗਈ, ਬਾਏ ਆ ਗਿਆ, ਐਂਡ ਦੈਨ ਸਬਜੈਕਟ ਆ ਗਿਆ ਪਿੱਛੇ, ਕੁਐਸਚਨ ਮਾਰਕ, ਰਾਈਟ। ਸੋ ਨਾਓ ਲੈਟਸ ਕਮ ਟੂ ਦ ਸੈਂਟੈਂਸਿਸ। ਤੁਹਾਨੂੰ ਸੈਂਟੈਂਸ ਦੇਖ ਕੇ ਬੱਚੇ ਜ਼ਿਆਦਾ ਸਮਝ ਆ ਜਾਏਗਾ। ਜਿਵੇਂ ਇੱਕ ਸੈਂਟੈਂਸ ਲਿੱਤਾ ਹੈ ਮੈਂ ਸੌਖਾ ਜਿਹਾ ਸਿੰਪਲ ਪਾਸਟ ਟੈਂਸ ਦਾ, ਪ੍ਰਿयंका ਹੈਲਪਡ ਮੀ। ਪ੍ਰਿयंका ਇਹਦੇ ਵਿੱਚ ਕਿਆ ਹੈ? ਸਬਜੈਕਟ ਹੈ, ਐਂਡ ਦੈਨ ਹੈਲਪਡ ਇਜ਼ योर सेकेंड फॉर्म ऑफ वर्ब, राइट। तो आप ਇਹਦੇ सेकेंड फॉर्म ऑफ वर्ब यूज कर लेती है एंड देन ऑब्जेक्ट यूज कर लेता है। प्रियंका हेल्प्ड मी। ਤਾਂ ਇਹਨੂੰ ਆਪਾਂ ਕਿੱਦਾਂ ਬੱਚੇ ਉਹ ਬਣਾਵਾਂਗੇ? ਇਹਦੀ ਤੁਹਾਨੂੰ ਪਤਾ ਹੈ ਪ੍ਰਿयंका ਇੱਧਰ ਆ ਕੇ ਸਬਜੈਕਟ, ਇੱਧਰ ਆ ਕੇ ਆਬਜੈਕਟ ਬਣ ਜਾਏਗਾ, ਮੀ ਦਾ ਕਿਆ ਹੋ ਜਾਏਗਾ? ਆਈ। ਔਰ ਮੈਂ ਤੁਹਾਨੂੰ ਹੁਣੇ ਦੱਸਿਆ ਹੈ ਕਿਹੜੇ ਕਿਹੜੇ ਹੈਲਪਿੰਗ ਵਰਬ ਯੂਜ਼ ਹੁੰਦੇ ਪੈਸਿਵ ਵੌਇਸ ਵਿੱਚ, ਵॉज ਐਂਡ ਵॉज ਜਾਂ ਵਰ। ਵॉज ਜਾਂ ਵਰ ਕਿਹਦੇ ਅਕੋਰਡਿੰਗ ਆਏਗਾ? ਜਿਹੜਾ ਆਬਜੈਕਟ ਨੂੰ ਇੱਧਰ ਲਿਆ ਕੇ ਆਪਾਂ ਸਬਜੈਕਟ ਬਣਾਵਾਂਗੇ। ਤਾਂ ਮੀ ਦਾ ਕਿਆ ਹੋ ਗਿਆ? ਆਈ। ਔਰ ਮੈਂ ਤੁਹਾਨੂੰ ਪਤਾ ਹੀ ਹੈ ਆਈ ਔਰ ਸਿੰਗੂਲਰ ਦੇ ਨਾਲ ਕਿਆ ਯੂਜ਼ ਹੁੰਦਾ ਹੈ? ਵॉज। ਤਾਂ ਆਈ ਦੇ ਨਾਲ ਵॉज ਆ ਗਿਆ। ਵਰਬ ਦੀ ਥਰਡ ਫਾਰਮ ਆਣੀ ਹੈ ਕਿਉਂਕਿ ਸੈਕਿੰਡ ਵੀ ਹੈਲਪ ਹੁੰਦੀ ਹੈ ਔਰ ਥਰਡ ਵੀ ਹੈਲਪ ਹੁੰਦੀ ਹੈ। ਹੈਲਪਡ, ਫਿਰ ਕਿਆ ਲੱਗਣਾ ਹੈ? ਬਾਏ, ਔਰ ਪ੍ਰਿयंका ਇੱਧਰ ਆ ਕੇ ਨੇਮ ਦਾ ਕਿਆ ਰਹਿ ਜਾਂਦਾ ਹੈ? ਨੇਮ। ਉਸ ਤੋਂ ਬਾਅਦ ਆ ਗਿਆ ਬੱਚੇ ਤੁਹਾਡਾ ਸੈਕਿੰਡ ਸੈਂਟੈਂਸ, ਦੇ ਰੈਨ ਅ ਰੇਸ। ਇਹ ਪਤਾ ਲੱਗ ਰਿਹਾ ਹੈ ਸਿੰਪਲ ਪਾਸਟ ਟੈਂਸ ਦਾ ਕਿੱਦਾਂ? ਸੈਕਿੰਡ ਫਾਰਮ ਲੱਗੀ ਹੋਈ ਹੈ, ਰਨ, ਰੈਨ, ਰਨ, ਔਰ ਕੋਈ ਹੈਲਪਿੰਗ ਵਰਬ ਯੂਜ਼ ਨਹੀਂ ਹੋ ਰਿਹਾ। ਤਾਂ ਆਪਾਂ ਕਿਆ ਕਰਨਾ? ਅ ਰੇਸ ਨੂੰ ਇੱਧਰ ਲੈ ਆਉਣਾ ਹੈ, ਅ ਰੇਸ ਦੇ ਨਾਲ ਕਿਆ ਆਏਗਾ? ਵॉज, ਕਿਉਂਕਿ ਇੱਕ ਹੈ। ਔਰ ਰਨ, ਰੈਨ, ਰਨ थर्ड फॉर्म लगनी है, रन आ गया। फिर बाय लगनी है और दे दा क्या हो जाएगा इधर आके? them। और रेस वॉज रन बाय them। ਹੁਣ ਬੱਚੇ ਆਪਾਂ ਇਹ ਤਾਂ ਹੋ ਗਏ ਤੁਹਾਡੇ ਸਿੰਪਲ ਸੈਂਟੈਂਸਿਸ। ਹੁਣ ਆਪਾਂ ਨੈਗੇਟਿਵ ਇੰਟੈਰੋਗੇਟਿਵ ਦੀ ਗੱਲ ਕਰਨੀ ਹੈ। ਤਾਂ ਨੈਗੇਟਿਵ ਦੇ ਵਿੱਚ ਕਿਆ ਹੁੰਦਾ ਹੈ? ਸਿੰਪਲ ਪਾਸਟ ਟੈਂਸ ਦੇ ਵਿੱਚ ਡਿਡ ਲੱਗਦਾ ਹੈ, ਠੀਕ ਹੈ ਜੀ। ਮੈਂ ਤੁਹਾਨੂੰ ਇੱਥੇ ਦੱਸ ਚੁੱਕੀ ਹਾਂ। ਤਾਂ ਆਪਾਂ ਇੱਕ ਨੈਗੇਟਿਵ ਸੈਂਟੈਂਸ ਦਾ ਐਗਜ਼ਾਮਪਲ ਲੈ ਲੈਂਦੇ ਹਾਂ, ਆਈ ਡਿਡ ਨੋਟ ਲਾਈਕ ਕਾਈਟਸ, ਠੀਕ ਹੈ ਜੀ। ਹੁਣ ਜਦੋਂ ਆਪਾਂ ਪੈਸਿਵ ਵੌਇਸ ਬਣਾਵਾਂਗੇ ਤਾਂ ਕਾਈਟਸ ਇੱਧਰ ਆ ਜਾਏਗਾ। ਕਾਈਟਸ ਪਲੂਰਲ ਹੈ ਤਾਂ ਕਿਆ ਲੱਗੇਗਾ? ਵਰ। ਪਲੂਰਲ ਦੇ ਨਾਲ ਔਰ ਯੂ ਦੇ ਨਾਲ ਵਰ।
फिर नॉट आ गया, लाइक दी थर्ड फॉर्म हो गई लाइक्ड, उस तो बाद बाय आ गया, आई का क्या हो गया इधर आके मी, राइट। हुण आपां इंटैरोगेटिव बनाने बच्चे, डिड आपां बिगिनिंग विच डिड लग्या हुंदा तुहानूं पता है, उस तो बाद सबजैक्ट आंदा है, फिर वर्ब दी फर्स्ट फॉर्म, फिर ऑब्जैक्ट। तो आपां एक सेंटेंस ले लिता, डिड यू टेक टी, तो ये पता लग रहा है, कितना पता लग रहा है, डिड लग्या होया इहदे विच, तो इस तो पता लगता है कि सिंपल पास्ट टेंस है और बिगिनिंग विच लग्या होया, इसलिए इंटैरोगेटिव है ये। तो ਇਹਦੇ ਵਿੱਚ ਤੁਸੀਂ क्या करना है, टी ਨੂੰ ਮੂਹਰੇ लेके आना है, लेकिन क्योंकि इंटैरोगेटिव है तो टी ਦੇ ਨਾਲ was आएगा, तो was कितने आएगा, इन द बिगिनिंग ऑफ द सेंटेंस, बिकॉज दिस इज योर इंटैरोगेटिव सेंटेंस। सो was टी टेकन बाय लग गया, यू का इधर आके यू हो जाएगा, बिकॉज टेक दी थर्ड फॉर्म, टेक टुक टेकन। सो दिस इज योर सिंपल पास्ट टेंस दी वॉइस होगी। नाउ कम टू द नेक्स्ट सेंटेंस और नेक्स्ट टेंस ऑफ पास्ट, दैट इज पास्ट कॉन्टीन्यूअस टेंस। थानू पता ही है पास्ट कॉन्टीन्यूअस टेंस के रूल सारे नूं चंगी तरह पता ही है, पहले सबजैक्ट आता है, फिर वॉज या वर आता है, फिर वर्ब दी फर्स्ट फॉर्म के नाल ING लगती है, एंड दैन ऑब्जैक्ट आता है। ठीक है जी, ये तो हो गया थोड़ा सिंपल सेंटेंस। हुण आपां इहदे नैगेटिव करांगे। ठीक है, तो नैगेटिव दे विच तुहानूं पता नॉट लगता है, ਜਿਹੜਾ इंटैरोगेटिव टेंस ਹੁੰਦਾ है ਉਹਦੇ ਵਿੱਚ बहुत ही सौखा ਹੁੰਦਾ ਤੁਹਾਨੂੰ वॉइस करनी, क्योंकि ऑलरेडी हैल्पिंग वर्ब्स ਤੁਹਾਨੂੰ ਦਿੱਤੇ ਹੋਏ ਆ। ठीक है जी, तो नैगेटिव ਦੇ ਵਿੱਚ क्या होएगा, सब्जैक्ट प्लस वॉज या वर प्लस नॉट, फर्स्ट फॉर्म ਦੇ ਨਾਲ ING एंड दैन ऑब्जेक्ट, राइट। तो हुण आपां ਇਹਦਾ वॉइस करनी है, इंटैरोगेटिव बनाना है तो किवें बनावांगे, वॉज और वर मुरे आ जाएगा, प्लस सब्जैक्ट प्लस फर्स्ट फॉर्म प्लस ING एंड दैन ऑब्जेक्ट क्वेश्चन मार्क। जो आपां ਇਹਦੀ पैसिव वॉइस करनी है तो क्या करना है, ऑब्जेक्ट नूं इधर ले आना। ठीक है जी, ऑब्जेक्ट आ गया, फिर क्या आएगा, वॉज और वर तो आना ही आना है जितना दिता हुआ है, और जो मैं प्रेजेंट वाले च करा चुकी है, क्या जुड़ता है नाल, बीइंग। तो सिमिलरली इत्थे बिल्कुल उही आएगा, फर्क सिर्फ वॉज और वर का फर्क है, उत्थे इज एम आर आंदे सीगे, इत्थे वॉज और वर है, राइट। बीइंग लग उत्थे प्रेजेंट विच भी लगता सीगा, पास्ट विच भी लगना है, और केड़ी फॉर्म लगती है हमेशा, थर्ड फॉर्म, और फिर बाय लगा के आपां क्या लगाना है इधर, सब्जैक्ट नूं, मतलब ऑब्जेक्ट नूं इधर लिया सब्जैक्ट बना देना। जो बच्चे नैगेटिव करना आप तो ऑब्जेक्ट आ गया मुरे, वॉज और वर तो लग्या होया, उहदे नाल क्या लगा देनी है, नॉट, और फिर बीइंग आएगा। मैं तुहानूं अपने प्रेजेंट वाले कॉन्टीन्यूअस टेंस विच भी दस चुकी है, उहदे च इज एम आर हुंदा सीगा, तो नॉट कित्थे लगना है, हमेशा हैल्पिंग वर्ब दे नाल। इत्थे हैल्पिंग वर्ब क्या है, वॉज वर, नॉट लग गया, फिर बीइंग लग गया, फिर वर्ब दी थर्ड फॉर्म तो है ही, फिर बाय एंड दैन सब्जेक्ट। सिमिलरली इंटैरोगेटिव विच क्या होएगा, वॉज वर अगे आ जाएगा इन द बिगिनिंग ऑफ द सेंटेंस, वॉज वर, फिर ऑब्जेक्ट आ गया, फिर बीइंग आ गया, फिर वर्ब दी थर्ड फॉर्म आ गई, बाय आ गया एंड देन सब्जेक्ट आ गया। सो दिस इज रूल, बट अगर तुम सेंटेंस के थ्रू करोगे फिर ज़्यादा थानू समझ आएगा। मैं एक एग्जाम्पल पहला उदा ही जिदा पिछे किए सीगे, दो अपने एजर्टिव सेंटेंस पॉजिटिव सेंटेंस के एग्जाम्पल ले रही है, फिर एक थोड़ा नैगेटिव और इंटैरोगेटिव का लेके आप वॉइस करा। तो मैं एक सेंटेंस लिता है, यू वर वेस्टिंग द टाइम। तब पता लग रहा है पास्ट कॉन्टीन्यूअस है क्योंकि वर आ रहा है और ING लगी हुई है। जो यदि वॉइस करनी है तो कितना वही सेम रूल है सब दे, ऑब्जेक्ट नूं अगे लेके आना है, सब्जेक्ट नूं ऑब्जेक्ट बना देना है। तो ऑब्जेक्ट क्या है, द टाइम कितने आ जाएगा, अगे, और द टाइम एक सिंगुलर वस्तु है तो वॉज लग गया, फिर क्या लगना है, बीइंग, मैं थानू ऊपर दस चुकी हैं। और उस तो बाद वेस्ट की जी वर्ब है क्योंकि ING लगी हुई है, यदि थर्ड फॉर्म आएगी वेस्टेड, फिर बाय लगना है, फिर यू इधर आ गया, द टाइम वॉज बीइंग वेस्टेड बाय यू। ठीक है जी, उस तो बाद आ गया थोड़ा सेकंड सेंटेंस, आई वॉज सॉल्विंग द सम्स, राइट। तो द सम्स इधर आ जाएगा हूँ, द सम्स क्योंकि ये सम्स ज्यादा है, प्लूरल है, तो क्या आएगा, वर, फिर बीइंग लगना है, सॉल्व दी थर्ड फॉर्म क्या होगी, सॉल्व्ड, बाय आई दा क्या हो जाएगा इधर आके, मी, द सम्स वर बीइंग सॉल्व्ड बाय मी। ये हो गया पॉजिटिव सेंटेंस। नाउ एक आप नैगेटिव द सेंटेंस ले लेंगे हैं, शिवानी वॉज नॉट हेल्पिंग द पुअर। ठीक है जी, नेगेटिव में नॉट लग्या हुआ है तो क्या हो जाएगा, आप द पुअर में इधर ले आना है। द पुअर, बेशक आप पुअर्स नहीं कहते गरीबों को, पर गल तो ज्यादा दी हो रही है, तो क्या आएगा इतने, वर। आप बच्चे जेड़ा भी वॉज वर हैल्पिंग वर्ब जिथे भी किहड़े भी टेंस विच यूज करना है, आप जो ऑब्जेक्ट नूं सब्जेक्ट बनाना है उहदे अकॉर्डिंग आप वॉज वर लगाना है, ऐदा नहीं इस दे अकॉर्डिंग जो लिखा है वही नहीं लिखना। ठीक है जी, द पुअर वर, फिर क्या लगना है, नॉट, फिर क्या लगना है, बीइंग। मैं तुहानूं ऊपर दस चुकी हैं बीइंग की वरतों होंदी है, दोनों के विचकार नॉट आए। हेल्प की थर्ड फॉर्म हेल्प्ड बाय, इत्थे क्या लिखा है, शिवानी, तो नेम है तो शिवानी का शिवानी रहेगा, नेम विच कोई चेंज नहीं आता।
नाउ वी हैव द इंटरोगेटिव सेंटेंस राइट। सो इंटरोगेटिव विच क्या होता है, कोई हेल्पिंग वर्ब मूरे लगे होता है, वर दे वॉचिंग अ मैच, तो इंटरोगेटिव सेंटेंस है, पता लग रहा है मूरे हेल्पिंग वर्ब आ रहा है। हुण आपां क्या करना, अ मैच नूं इधर लेके आना है, अ मैच मतलब एक मैच यानी सिंगुलर हो गया, सिंगुलर दे नाल क्या लगता है वॉज कित्थे आएगा इन द बिगनिंग ऑफ द सेंटेंस। सो वॉज अ मैच, बीइंग इत्थे आ गया, मैं तुहानूं उपर दस चुकी हां इंटरोगेटिव दे विच, ठीक है जी। और वॉच दी थर्ड फॉर्म क्या होगी, वॉच्ड, बाय दे दा क्या हो गया इधर आके, राइट।